प्यारे बच्चों, 9वीं क्लास का समाजिक सिक्ख्या का पैस टैसट सॉल्व करन जा रहे हैं। इनू आपां सब तो पहला तुसी जिला देखना है, फिर आईडी भरनी है। उस तो बाद पहला प्रश्न है, मान लो तुसी कश्मीर दे धुर सिरे ते रहिंदे हो, तुसी कन्याकुमारी तक जाना है, तो तुहानू कितनी दूरी तय करनी पवेगी। 2933 किलोमीटर, 3412 किलोमीटर, 3214 किलोमीटर, 3314 किलोमीटर। तो साडा उत्तर है 3214 किलोमीटर। हिमालय पर्वत सब तो उच्चे ਅਤੇ विशाल पर्वत हैं। तुसी सारिਆਂ ने पढ़िया होवेगा कि ये हर साल होर ਉੱਚੇ ਉੱਠ ਰਹੇ ਹਨ। तुसी दसो इन्हां ਉੱਚੇ ਅਤੇ विशाल पर्वतों की लंबाई किन्ने किलोमीटर है। 3200, 2400, 2800 ਤੇ 2200। ਤਾਂ ਸਾਡਾ ਉੱਤਰ ਹੈ 2400 ਕਿਲੋਮੀਟਰ। ਪੰਜਾਬ ਦੇ ਦਰਿਆ ਲਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੇ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ? ਰਾਵੀ, ਬਿਆਸ, ਸਤਲੁਜ, ਘੱਗਰ। ਤਾਂ ਸਾਡਾ ਉੱਤਰ ਹੈ ਸਤਲੁਜ ਦਰਿਆ। ਸੁਨੀਲ ਪੰਜਾਬ ਦਾ ਨਿਵਾਸੀ ਹੈ। ਉਸਦੇ ਪਿਤਾ ਜੀ ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਹਨ। ਦੱਸੋ ਕਿਹੜੇ ਸ਼ਹਿਰ ਵਿੱਚ ਰਹਿੰਦੇ ਹਨ? ਜਲੰਧਰ, ਕਪੂਰਥਲਾ, ਚੰਡੀਗੜ੍ਹ, ਲੁਧਿਆਣਾ। ਤਾਂ ਸਾਨੂੰ ਪਤਾ ਜਲੰਧਰ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ। ਤਾਂ ਸਾਡਾ ਉੱਤਰ ਹੈ ਜਲੰਧਰ। ਤੁਸੀਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ ਹੋ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਪਵਿੱਤਰ ਨਗਰ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ? ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਤਾਂ ਸਾਡਾ ਉੱਤਰ ਹੈ ਸ਼੍ਰੀ ਗੁਰੂ ਰਾਮਦਾਸ ਜੀ। ਇਸ ਨੂੰ ਰਾਮਦਾਸਪੁਰ ਵੀ ਕਿਹਾ ਜਾਂਦਾ ਹੈ। ਮੰਨ ਲਓ 1799 ਈਸਵੀ ਤੋਂ ਪਹਿਲਾਂ ਦੇ ਫਰਾਂਸ ਦੇ ਨਿਵਾਸੀ ਹੋ। ਤੁਹਾਨੂੰ ਉਸ ਸਮੇਂ ਰਾਜ ਨੂੰ ਕੋਈ ਕਰ ਨਹੀਂ ਦੇਣਾ ਪੈ ਰਿਹਾ ਹੈ। ਤੁਸੀਂ ਦੱਸੋ ਉਸ ਸਮੇਂ ਤੁਸੀਂ ਕਿਸ ਵਰਗ ਨਾਲ ਸੰਬੰਧ ਰੱਖਦੇ ਹੋ? ਪਹਿਲਾ ਵਰਗ ਜਾਂ ਪਾਦਰੀ ਵਰਗ, ਦੂਜਾ ਵਰਗ ਜਾਂ ਕੁਲੀਨ ਵਰਗ, ਤੀਸਰਾ ਵਰਗ ਜਾਂ ਸਧਾਰਨ ਵਰਗ, ਕੋਈ ਵੀ ਨਹੀਂ। ਤਾਂ ਜਿਹੜਾ ਦੂਸਰਾ ਵਰਗ ਆ ਕੁਲੀਨ ਵਰਗ, ਇਹ ਸਾਡਾ ਉੱਤਰ ਆ। 7ਵਾਂ ਪ੍ਰਸ਼ਨ ਹੈ, ਤੁਸੀਂ ਇੰਗਲੈਂਡ ਜਾਣਾ ਚਾਹੁੰਦੇ ਹੋ। ਤੁਹਾਡੇ ਕੋਲ ਭਾਰਤੀ ਮੁਦਰਾ ਹੈ ਜੋ ਤੁਸੀਂ ਉੱਥੇ ਵਰਤ ਨਹੀਂ ਸਕਦੇ। ਤੁਸੀਂ ਆਪਣੀ ਮੁਦਰਾ ਨੂੰ ਕਿਸ ਮੁਦਰਾ ਵਿੱਚ ਬਦਲੋਗੇ? ਪੌਂਡ, ਯਾਨ, ਰੁਪਏ, ਡਾਲਰ। ਤਾਂ ਸਾਨੂੰ ਪਤਾ ਆ ਇੰਗਲੈਂਡ ਦੀ ਕਰੰਸੀ ਪੌਂਡ ਹੈ। ਇੱਕ ਇਸਤਰੀ ਆਪਣੇ ਘਰ ਦਾ ਖਾਣਾ ਬਣਾਉਣਾ, ਕੱਪੜੇ ਧੋਣਾ, ਸਫਾਈ ਕਰਨਾ, ਬਰਤਨ ਸਾਫ਼ ਕਰਨਾ ਆਦਿ ਦਾ ਕੰਮ ਕਰਦੀ ਹੈ। ਉਸ ਦੇ ਇਹ ਸਾਰੇ ਕੰਮ ਕਿਹੜੀ ਕਿਰਿਆ ਅਧੀਨ ਆਉਂਦੇ ਹਨ? ਆਰਥਿਕ ਕਿਰਿਆ, ਗੈਰ ਆਰਥਿਕ ਕਿਰਿਆ, ਧਨ ਕਿਰਿਆ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੱਚਿਓ ਇਹਦਾ ਆਨਸਰ ਆਏਗਾ ਗੈਰ ਆਰਥਿਕ ਕਿਰਿਆ। ਤੇ ਨਿਸ਼ਾਨ ਗਲਤ ਲੱਗਾ ਹੈ। ਆਰਥਿਕ ਕਿਰਿਆ ਨੂੰ, ਆਰਥਿਕ ਕਿਰਿਆ ਦਾ ਪਰਪਸ ਹੁੰਦਾ ਧਨ ਕਮਾਉਣਾ, ਜਦਕਿ ਇਸਤਰੀ ਆਪਣੇ ਘਰ 'ਚ ਕੰਮ ਕਰਦੀ ਹੈ ਤੇ ਉਹਦਾ ਪਰਪਸ ਧਨ ਕਮਾਉਣਾ ਨਹੀਂ ਹੁੰਦਾ। 9ਵਾਂ ਪ੍ਰਸ਼ਨ ਹੈ, ਜਸਪ੍ਰੀਤ ਪਿੰਡ ਵਿੱਚ ਖੇਤੀਬਾੜੀ ਕਰਦਾ ਹੈ ਪਰੰਤੂ ਖੇਤੀਬਾੜੀ ਛੱਡ ਕੇ ਕੰਮ ਦੀ ਭਾਲ ਵਿੱਚ ਸ਼ਹਿਰ ਜਾਣਾ ਚਾਹੁੰਦਾ ਹੈ। ਉਸ ਦਾ ਇਸ ਤਰ੍ਹਾਂ ਪਿੰਡ ਤੋਂ ਸ਼ਹਿਰ ਜਾਣਾ ਕੀ ਕਹਿਲਾਏਗਾ? ਖੋਜ, ਪ੍ਰਵਾਸ, ਵਿਕਾਸ, ਆਵਾਸ। ਤਾਂ ਸਾਡਾ ਉੱਤਰ ਹੈ ਪ੍ਰਵਾਸ। ਪ੍ਰਵਾਸ ਮਤਲਬ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ 'ਤੇ ਜਾਣਾ। 10ਵਾਂ ਪ੍ਰਸ਼ਨ ਹੈ, ਛੁਪੀ ਹੋਈ ਬੇਰੁਜ਼ਗਾਰੀ ਕਿਸ ਖੇਤਰ ਵਿੱਚ ਸਭ ਤੋਂ ਵੱਧ ਹੁੰਦੀ ਹੈ? ਵਪਾਰ, ਖੇਤੀਬਾੜੀ, ਮੰਡੀ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹ ਖੇਤੀਬਾੜੀ 'ਚ ਹੁੰਦੀ ਹੈ, ਕਿਉਂਕਿ ਖੇਤੀਬਾੜੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਇੱਦਾਂ ਲੱਗਦਾ ਵੀ ਸਾਰੇ ਕੰਮ ਕਰਦੇ, ਪਰ ਅਸਲ ਦੇ ਵਿੱਚ ਉਹਨਾਂ ਸਾਰਿਆਂ ਦੀ ਲੋੜ ਨਹੀਂ ਹੁੰਦੀ ਉਸ ਖੇਤਰ ਦੇ ਵਿੱਚ। 11ਵਾਂ ਪ੍ਰਸ਼ਨ, ਗੁਰਦਾਸਪੁਰ, ਪਠਾਨਕੋਟ, ਸ਼ਿਵਾਲਿਕ ਦੀ ਔਸਤ ਉਚਾਈ ਕਿੰਨੀ ਹੈ? 1000 ਮੀਟਰ। ਇਹਨਾਂ ਵਿੱਚ ਪੱਛਮ ਦਿਸ਼ਾ ਵਿੱਚ ਵਗਣ ਵਾਲੀ ਨਦੀ ਕਿਹੜੀ ਹੈ? ਕ੍ਰਿਸ਼ਨਾ, ਤਾਪੀ, ਮਹਾਨਦੀ, ਗੋਦਾਵਰੀ। ਤਾਂ ਤਾਪੀ ਨਦੀ ਜਿਹੜੀ ਆ ਉਹ ਪੱਛਮ ਦਿਸ਼ਾ ਵੱਲ ਵਗਣ ਵਾਲੀ ਨਦੀ ਹੈ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? 1526 ਈਸਵੀ ਵਿੱਚ ਹੋਈ ਹੈ ਪਹਿਲੀ ਲੜਾਈ ਪਾਣੀਪਤ ਦੀ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ? 30 ਮਈ 1606, 30 ਮਈ 1581, 24 ਮਈ 1606, 24 ਮਈ 1675। ਤਾਂ ਸਾਡਾ ਉੱਤਰ ਹੈ 30 ਮਈ 1606। ਮੰਜੀਦਾਰ ਦੀ ਕੁੱਲ ਸੰਖਿਆ ਕਿੰਨੀ ਸੀ? ਤੇ 22 ਮੰਜੀਆਂ ਦੀ ਸਥਾਪਨਾ ਕੀਤੀ ਸੀ, ਇਸ ਕਰਕੇ ਉਹਨਾਂ ਦੀ ਸੰਖਿਆ 22 ਸੀ। ਕਿਹੜੇ ਦੇਸ਼ ਵਿੱਚ ਗੈਰ ਲੋਕਤੰਤਰੀ ਸ਼ਾਸਨ ਪ੍ਰਣਾਲੀ ਮੌਜੂਦ ਹੈ? ਚੀਨ, ਭਾਰਤ, ਰੂਸ, ਜਾਪਾਨ। ਤਾਂ ਸਾਡਾ ਉੱਤਰ ਹੈ ਚੀਨ। ਡੈਮੋਸ ਦਾ ਕੀ ਅਰਥ ਹੈ? ਲੋਕ ਜਾਂ ਜਨਤਾ। ਡੈਮੋਸ ਡੈਮੋਕ੍ਰੇਸੀ ਦਾ ਜਿਹੜਾ ਡੈਮੋਸ ਆ, ਡੈਮੋਸ ਤੇ ਕ੍ਰੇਸੀ ਤੋਂ ਬਣਿਆ, ਤੇ ਡੈਮੋਸ ਦਾ ਮਤਲਬ ਹੈ ਲੋਕ। ਚੀਨ ਵਿੱਚ ਹਰੇਕ ਡੈਸ਼ ਸਾਲ ਬਾਅਦ ਚੋਣਾਂ ਹੁੰਦੀਆਂ ਹਨ। 5 ਸਾਲਾਂ ਬਾਅਦ ਚੋਣੀਆਂ ਹੁੰਦੀਆਂ, ਇਸ ਕਰਕੇ ਸਾਡਾ ਉੱਤਰ ਹੈ 5 ਸਾਲ। ਇਹਨਾਂ ਵਿੱਚੋਂ ਕਿਹੜੇ ਦੇਸ਼ ਨੇ ਮਨੁੱਖੀ ਸਾਧਨਾਂ ਤੋਂ ਜਿੱਤੇ ਜ਼ਿਆਦਾ ਜ਼ੋਰ ਦਿੱਤਾ ਹੈ? ਜਾਪਾਨ, ਭਾਰਤ, ਚੀਨ, ਪਾਕਿਸਤਾਨ। ਤਾਂ ਭਾਰਤ ਦੇ ਵਿੱਚ ਜਨਸੰਖਿਆ ਜ਼ਿਆਦਾ ਹੋਣ ਕਰਕੇ ਭਾਰਤ ਇਸ ਦਾ ਉੱਤਰ ਆ। ਭਾਰਤ ਦੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਸਰਕਾਰ ਹੈ। ਇਹ ਕਿਸ ਪ੍ਰਕਾਰ ਦੀ ਸਰਕਾਰ ਹੈ? ਲੋਕਤੰਤਰ, ਡੈਮੋਕ੍ਰੈਟਿਕ। ਸੋ ਬੱਚਿਓ, ਇਹ ਸਾਡੇ ਪ੍ਰਸ਼ਨ ਸੀਗੇ ਪੈਸ ਦੇ 9ਵੀਂ ਕਲਾਸ ਦੇ। ਆਸ ਹੈ ਵੀ ਤੁਸੀਂ ਨੋਟ ਕਰ ਲਏ ਹੋਣਗੇ। ਧੰਨਵਾਦ।